ਗੁੱਡ ਮਾਰਨਿੰਗ ਸਟੂਡੈਂਟਸ। ਸੋ ਬੇਟਾ ਆਪਾਂ ਪਿਛਲੇ ਲੈਕਚਰ ਦੇ ਵਿੱਚ ਡੈਫੀਸਿਟ ਫਿਨਾਂਸਿੰਗ ਦਾ ਮੀਨਿੰਗ, ਉਹਦੇ ਫੇਵਰੇਬਲ ਇਫੈਕਟਸ ਨੇ ਜਿਹੜੇ ਉਹਨਾਂ ਨੂੰ ਸਟੱਡੀ ਕੀਤਾ। ਨਾਓ ਵੀ ਹੈਵ ਐਡਵਰਸ ਇਫੈਕਟਸ ਆਫ ਡੈਫੀਸਿਟ ਫਿਨਾਂਸਿੰਗ ਔਨ ਇਕਨੋਮਿਕ ਗਰੋਥ। ਇਕਨੋਮਿਕ ਗਰੋਥ ਦੇ ਉੱਤੇ ਜਿਹੜਾ ਹੈ ਡੈਫੀਸਿਟ ਫਿਨਾਂਸਿੰਗ ਦਾ ਜਿਹੜਾ ਐਡਵਰਸ ਇਫੈਕਟ ਹੈ ਉਹ ਕੀ ਪੈਂਦਾ ਹੈ। ਫਸਟ ਹੈ ਚੇਂਜ ਇਨ ਦੀ ਪੈਟਰਨ ਆਫ ਇਨਵੈਸਟਮੈਂਟ। ਡੈਫੀਸਿਟ ਫਿਨਾਂਸਿੰਗ ਦੇ ਨਾਲ ਜਿਹੜੀ ਇਨਵੈਸਟਮੈਂਟ ਹੈ ਉਹ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਜਿਹਦੇ ਨਾਲ ਪਲੈਨਡ ਡਿਵੈਲਪਮੈਂਟ ਹੋ ਸਕੇ, ਦੈਟ ਆਰ ਨਾਟ ਕੰਡਸਿਵ ਟੂ ਪਲੈਨਡ ਡਿਵੈਲਪਮੈਂਟ। ਠੀਕ ਹੈ, ਮਤਲਬ ਆਪਾਂ ਉੱਥੇ ਜਿਹੜਾ ਹੈ ਡੈਫੀਸਿਟ ਫਿਨਾਂਸਿੰਗ ਦੇ ਨਾਲ ਇਨਵੈਸਟਮੈਂਟ ਕਰਦੇ ਹਾਂ ਜਿੱਥੇ ਆਲਰੇਡੀ ਪਹਿਲਾਂ ਇਨਵੈਸਟਮੈਂਟ ਨਹੀਂ ਹੋ ਸਕੀ, ਬਿਸਾਈਡਸ ਕਿ ਪਲੈਨਡ ਡਿਵੈਲਪਮੈਂਟ ਜਾਂ ਡਿਵੈਲਪਮੈਂਟ ਪਲਾਨਸ ਨੇ ਜਿਹੜੇ ਉਹ ਬਣਾਏ ਗਏ ਸੀ। ਸੋ ਰਾਈਜ਼ ਇਨ ਪ੍ਰਾਈਸਿਸ ਐਨਕਰੇਜਿਸ, ਜਦੋਂ ਪ੍ਰਾਈਸਿਸ ਰਾਈਜ਼ ਹੁੰਦੇ ਨੇ ਤਾਂ ਸੇਲ ਆਫ ਲਗਜ਼ਰੀਜ਼ ਅਤੇ ਫੋਰਨ ਗੁਡਸ ਨੇ ਜਿਹੜੀ ਉਹਨਾਂ ਦੀ ਸੇਲ ਹੈ ਉਹ ਵੱਧ ਜਾਂਦੀ ਹੈ। ਰਾਈਜ਼ ਇਨ ਡਿਮਾਂਡ ਫॉर ਦੀਜ਼ ਇਜ਼ ਨਾਟ ਪ੍ਰੋਪਰ ਫਰੋਮ ਦ ਐਂਗਲ ਆਫ ਪਲੈਨ ਡਿਵੈਲਪਮੈਂਟ। ਦੇਖੋ, ਜੇ ਅੰਡਰ ਡਿਵੈਲਪਡ ਕੰਟਰੀਜ਼ ਨੇ ਤਾਂ ਉੱਥੇ ਸਾਨੂੰ ਜ਼ਰੂਰਤ ਕੀ ਹੈ ਕਿ ਕੀ ਹੋਣਾ ਚਾਹੀਦਾ ਹੈ, ਜਿਹੜੀਆਂ ਨੈਸੈਸਿਟੀ ਗੁਡਸ ਨੇ ਉਹਨਾਂ ਦੀ ਸੇਲ ਹੈ ਜਿਹੜੀ ਉਹ ਵਧਣੀ ਚਾਹੀਦੀ ਹੈ, ਪਰ ਇਹਦੀ ਬਜਾਏ ਹੋ ਕੀ ਰਿਹਾ ਹੈ, ਲਗਜ਼ਰੀਜ਼ ਅਤੇ ਫੋਰਨ ਗੁਡਸ ਨੇ ਜਿਹੜੀਆਂ ਉਹਨਾਂ ਦੀ ਸੇਲ ਹੈ ਉਹ ਵੱਧ ਰਹੀ ਹੈ। ਸੋ ਇਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਜਾਂ ਸੇਲ ਹੈ ਜਿਹੜੀ ਉਹ ਆਪਣੀ ਲਗਜ਼ਰੀਜ਼ ਅਤੇ ਫੋਰਨ ਗੁਡਸ ਦੀ ਉਹ ਫਰੋਮ ਦ ਪੁਆਇੰਟ ਆਫ ਵਿਊ ਆਫ ਡਿਵੈਲਪਮੈਂਟ ਸਹੀ ਨਹੀਂ ਹੈ। ਐਜ਼ ਅ ਰਿਜ਼ਲਟ ਆਫ ਇਟ ਸਪੈਕੂਲੇਸ਼ਨ ਵੱਧਦੀ ਹੈ, ਸਪੈਕੂਲੇਸ਼ਨ ਸੱਟੇਬਾਜ਼ੀ ਵੱਧਦੀ ਹੈ। ਸੋ ਇਨਫਲੇਸ਼ਨ ਹੈ ਉਹਦੇ ਨਾਲ ਜਿਹੜੀ ਆਪਣੀ ਗਰੋਥ ਹੈ ਉਹ ਉਸ ਤਰੀਕੇ ਦੇ ਨਾਲ ਨਹੀਂ ਹੁੰਦੀ ਜੋ ਅਸੀਂ ਸੋਚੀ ਹੋਈ ਹੈ। ਸੋ ਜਿਹੜਾ ਪੈਟਰਨ ਆਫ ਇਨਵੈਸਟਮੈਂਟ ਹੈ ਡੈਫੀਸਿਟ ਫਿਨਾਂਸਿੰਗ ਦੇ ਨਾਲ ਉਹ ਬਦਲ ਜਾਂਦਾ ਹੈ। ਇਟ ਇਜ਼ ਮੋਰ ਟੂਵਰਡਸ ਦੀ ਪ੍ਰੋਡਕਸ਼ਨ ਆਫ ਦੀ ਲਗਜ਼ਰੀਅਸ ਗੁਡਸ ਐਂਡ ਦ ਫੋਰਨ ਗੁਡਸ ਇਨ ਪਲੇਸ ਆਫ ਨੈਸੈਸਿਟੀਜ਼। ਨੈਸੈਸਿਟੀ ਗੁਡਸ ਦੀ ਬਜਾਏ ਜ਼ਿਆਦਾ ਧਿਆਨ ਕਿੱਧਰ ਨੂੰ ਹੋ ਜਾਂਦਾ ਹੈ, ਲਗਜ਼ਰੀਅਸ ਅਤੇ ਫੋਰਨ ਗੁਡਸ ਦੇ ਉੱਤੇ ਹੋ ਜਾਂਦਾ ਹੈ। ਸੈਕਿੰਡ ਹੈ ਕ੍ਰੈਡਿਟ ਕ੍ਰੀਏਸ਼ਨ ਬਾਏ ਬੈਂਕਸ। ਡੈਫੀਸਿਟ ਫਿਨਾਂਸਿੰਗ ਦੇ ਨਾਲ ਸਰਕਾਰ ਦਾ ਖਰਚਾ ਵੱਧ ਜਾਂਦਾ ਹੈ, ਬਟ ਜਿਹੜਾ ਐਕਸਪੈਂਡੀਚਰ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਇੰਨਾ ਨਹੀਂ ਵੱਧਦਾ। ਸੋ ਜਿਹੜੇ ਡਿਪੋਜ਼ਿਟਸ ਨੇ ਬੈਂਕਾਂ ਦੇ ਵਿੱਚ ਵੱਧਣੇ ਸ਼ੁਰੂ ਹੋ ਜਾਂਦੇ ਨੇ। ਫਿਰ ਬੈਂਕ ਨੇ ਜਿਹੜੇ ਇਹਨਾਂ ਡਿਪੋਜ਼ਿਟਸ ਦੇ ਬੇਸ ਦੇ ਉੱਤੇ ਜ਼ਿਆਦਾ ਲੋਨ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦੇ ਨੇ। ਪ੍ਰਾਈਸਿਸ ਨੇ ਜਿਹੜੇ ਉਹ ਹੋਰ ਰਾਈਜ਼ ਕਰ ਜਾਂਦੇ ਨੇ, ਕਿਉਂਕਿ ਦੇਖੋ ਜਦੋਂ ਆਪਾਂ ਲੋਨ ਦੀ ਫੈਸਿਲਿਟੀ ਹੋਊਗੀ ਬੇਟਾ ਹੱਥਾਂ 'ਚ ਪੈਸਾ ਆਊਗਾ ਮੀਨਸ ਅਸੀਂ ਹੋਰ ਚੀਜ਼ਾਂ ਖਰੀਦਾਂਗੇ। ਜਦੋਂ ਅਸੀਂ ਮਾਰਕੀਟਸ ਦੇ ਵਿੱਚ ਜਾਵਾਂਗੇ ਡਿਮਾਂਡ ਸਪਲਾਈ ਦਾ ਗੈਪ ਜਾਊਗਾ, ਉਹਦੇ ਨਾਲ ਕੀ ਹੋਊਗਾ, ਮੋਰ ਪ੍ਰਾਈਸਿਸ ਇਨਕਰੀਜ਼ ਹੋਣਗੇ। ਸੋ ਇੱਕ ਸਪਾਇਰਲ ਆਫ ਪ੍ਰਾਈਸਿਸ, ਮਤਲਬ ਇੱਕ ਜਿਹੜਾ ਪ੍ਰਾਈਸਿਸ ਦੇ ਚੱਕਰ ਦੇ ਵਿੱਚ ਅਸੀਂ ਫਸ ਜਾਂਗੇ ਅਤੇ ਗਰੋਥ ਹੈ ਜਿਹੜੀ ਉਹ ਐਡਵਰਸਲੀ ਇਫੈਕਟ ਹੋਊਗੀ। ਨੈਕਸਟ ਹੈ ਇਨਕਰੀਜ਼ ਇਨ ਸਮਗਲਿੰਗ। ਵੀ ਲੋਕਾਂ ਦੀ ਇਨਕਮ ਜਦੋਂ ਵੱਧਦੀ ਹੈ ਤਾਂ ਉਹ ਜ਼ਿਆਦਾ ਡਿਮਾਂਡ ਕਰਦੇ ਨੇ ਫॉर ਦੀ ਇੰਪੋਰਟਡ ਕੰਜ਼ਿਊਮਰ ਗੁਡਸ, ਪਰ ਲੀਗਲੀ ਹੈ ਜਿਹੜੀਆਂ ਇੰਪੋਰਟਡ ਗੁਡਸ ਨੇ ਉਹਨਾਂ ਦੀ ਸਪਲਾਈ ਹੈ ਫਾਲ ਸ਼ਾਰਟ ਹੋ ਜਾਂਦੀ ਹੈ ਦੈਨ ਦਾ ਡਿਮਾਂਡ, ਕਿਉਂਕਿ ਅਸੀਂ ਜਦੋਂ ਐਕਸਪੋਰਟਸ ਘੱਟ ਕਰ ਪਾਉਂਦੇ ਹਾਂ ਤਾਂ ਸਾਨੂੰ ਇੰਪੋਰਟ ਵੀ ਘੱਟ ਹੀ ਚੀਜ਼ਾਂ ਮਿਲਣਗੀਆਂ। ਸੋ ਇਨਕਰੀਜ਼ਿੰਗ ਡਿਮਾਂਡ ਫਾਰ ਇੰਪੋਰਟਡ ਗੁਡਸ ਹੈ ਜਿਹੜੀ ਉਹ ਕੀ ਕਰਦੀ ਹੈ, ਜਦੋਂ ਸਾਡੀ ਡਿਮਾਂਡ ਹੈਗੀ ਆ ਪਰ ਸਾਨੂੰ ਮਿਲਦੀਆਂ ਨਹੀਂ, ਜਦੋਂ ਸਾਨੂੰ ਕਿਸੇ ਪ੍ਰੋਪਰ ਚੈਨਲ ਕੋਈ ਚੀਜ਼ ਨਹੀਂ ਮਿਲਦੀ ਫਿਰ ਅਸੀਂ ਉਸਨੂੰ ਕੀ ਕਰਦੇ ਹਾਂ, ਥਰੂ ਇੰਪਰੋਪਰ ਚੈਨਲ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਮਤਲਬ ਫਿਰ ਸਮਗਲਿੰਗ ਵਧੂਗੀ। ਇਹਦਾ ਅਨਫੇਵਰੇਬਲ ਇਫੈਕਟ ਹੈ ਕੰਟਰੀ ਦੀ ਡਿਵੈਲਪਮੈਂਟ ਦੇ ਉੱਤੇ ਪਊਗਾ। ਨੈਕਸਟ ਹੈ ਪ੍ਰੋਬਲਮ ਆਫ ਬੈਲੈਂਸ ਆਫ ਪੇਮੈਂਟ। ਪ੍ਰਾਈਸ ਲੈਵਲ ਜਦੋਂ ਰਾਈਜ਼ ਕਰਦਾ ਹੈ ਐਜ਼ ਅ ਰਿਜ਼ਲਟ ਆਫ ਡੈਫੀਸਿਟ ਫਿਨਾਂਸਿੰਗ ਤਾਂ ਐਕਸਪੋਰਟਸ ਨੇ ਜਿਹੜੀਆਂ ਉਹ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇੰਪੋਰਟਸ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਪ੍ਰਾਈਸਿਸ ਰਾਈਜ਼ ਕਰ ਜਾਂਦੇ ਨੇ। ਸੋ ਜੇ ਅਸੀਂ ਇੰਪੋਰਟਸ ਦੀ ਸਬਸਟੀਟਿਊਸ਼ਨ ਕਰੀਏ ਜਾਂ ਇੰਪੋਰਟਸ ਦੇ ਉੱਤੇ ਰੈਸਟ੍ਰਿਕਸ਼ਨ ਲਾਈਏ ਤਾਂ ਇੰਟਰਨਲ ਡਿਮਾਂਡ ਜਾਂ ਇੰਟਰਨਲ ਪ੍ਰੋਡਕਸ਼ਨ ਹੈਗੀ ਹੈ ਜਿਹੜੀ ਉਹਦੇ ਉੱਤੇ ਕੀ ਹੋਊਗਾ, ਪ੍ਰੈਸ਼ਰ ਹੋਊਗਾ। ਕੌਨਸੀਕੁਐਂਟਲੀ ਪ੍ਰਾਈਸਿਸ ਹੋਰ ਵਧਣਗੇ ਮੀਨਸ ਜਿਹੜੀਆਂ ਐਕਸਪੋਰਟਸ ਨੇ ਹੋਰ ਘਟਣਗੀਆਂ। ਸੋ ਜਿੰਨਾ ਗੈਪ ਇੰਪੋਰਟ ਅਤੇ ਐਕਸਪੋਰਟਸ ਦਾ ਵਾਈਡਨ ਹੋਊਗਾ ਬੈਲੈਂਸ ਆਫ ਪੇਮੈਂਟ ਉਨਾ ਹੀ ਅਗੇਂਸਟ ਕੰਟਰੀ ਜਾਊਗਾ, ਦੈਟ ਵਿਚ ਇਜ਼ ਨਾਟ ਗੁੱਡ ਫॉर ਦੀ ਡਿਵੈਲਪਮੈਂਟ। ਨੈਕਸਟ ਹੈ ਫੋਰਸਡ ਸੇਵਿੰਗ। ਇਹਦੀ ਆਪਾਂ ਗੱਲ ਕੀਤੀ ਸੀ। ਫੋਰਸਡ ਸੇਵਿੰਗ ਦਾ ਮਤਲਬ ਹੁੰਦਾ, ਦੇਖੋ ਜਦੋਂ ਪ੍ਰਾਈਸਿਸ ਵੱਧ ਗਏ, ਚੀਜ਼ਾਂ ਮਹਿੰਗੀਆਂ ਹੋ ਗਈਆਂ, ਅਸੀਂ ਖਰੀਦਾਂਗੇ ਨਹੀਂ ਤਾਂ ਸਾਨੂੰ ਕੀ ਕਰਨਾ ਪਊਗਾ, ਉਹ ਪੈਸਾ ਬਚ ਜਾਊਗਾ। ਫੋਰਸਡ ਸੇਵਿੰਗਸ ਮਤਲਬ ਅਸੀਂ ਉਹ ਕਿਉਂ ਕਰ ਰਹੇ ਹਾਂ ਸੇਵਿੰਗ, ਕਿਉਂਕਿ ਅਸੀਂ ਆਪਣੇ ਕੰਜ਼ੰਪਸ਼ਨ ਐਕਸਪੈਂਡੀਚਰ ਨੂੰ ਕਰ ਨਹੀਂ ਪਾ ਰਹੇ। ਠੀਕ ਹੈ, ਕੌਨਸੀਕੁਐਂਟਲੀ ਜਿਹੜੇ ਪੂਅਰ ਐਂਡ ਲੋ ਇਨਕਮ ਪੀਪਲ ਨੇ ਉਹ ਪਹਿਲਾਂ ਨਾਲੋਂ ਘੱਟ ਚੀਜ਼ਾਂ ਨੇ ਜਿਹੜੀਆਂ ਉਹ ਕੰਜ਼ਿਊਮ ਕਰ ਪਾ ਰਹੇ ਨੇ। ਇਹ ਜਿਹੜੀਆਂ ਫੋਰਸਡ ਸੇਵਿੰਗ ਨੇ ਐਡਵਰਸਲੀ ਇਫੈਕਟ ਕਰਦੀਆਂ ਨੇ ਸਟੈਂਡਰਡ ਆਫ ਲਿਵਿੰਗ ਆਫ ਦੀ ਪੂਅਰ ਪੀਪਲ ਐਂਡ ਸੈਲਰੀਡ ਕਲਾਸ, ਉਹਨਾਂ ਦੀ ਕੰਜ਼ੰਪਸ਼ਨ ਡਿਕਰੀਜ਼ ਹੁੰਦੀ ਹੈ। ਬਟ
ਰਿਚ ਨੇ ਉਹਨਾਂ ਦੀ ਕੰਜ਼ੰਪਸ਼ਨ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦੀਆਂ ਲਈ ਕੋਈ ਫੋਰਸਡ ਸੇਵਿੰਗਸ ਨੇ ਜਿਹੜੀਆਂ ਉਹ ਇੰਪਲੋਏ ਨਹੀਂ ਹੁੰਦੀਆਂ। ਸੋ ਡੈਫੀਸਿਟ ਫਾਈਨੈਂਸਿੰਗ ਹੈ ਉਹਦੇ ਨਾਲ ਅਨਇਕੁਅਲ ਡਿਸਟਰੀਬਿਊਸ਼ਨ ਆਫ ਇਨਕਮ ਐਂਡ ਵੈਲਥ ਹੁੰਦੀ ਹੈ, ਜਿਹਦੇ ਨਾਲ ਜਿਹੜੇ ਸੋਸ਼ਲ ਲੈਵਲ ਆਉਂਦੇ ਨੇ। ਸੋਸ਼ਲ ਲੈਵਲ ਬੇਟਾ ਜਿਵੇਂ ਹੁਣ ਚੋਰੀ ਕਰਨੀ, ਠੀਕ ਹੈ, ਜਾਂ ਕੋਈ ਇਹੋ ਜਿਹੀਆਂ ਐਕਟੀਵਿਟੀਜ਼ ਇਮੋਰਲ ਐਕਟੀਵਿਟੀਜ਼ ਦੇ ਵਿੱਚ ਲੱਗਣਾ। ਦੇਖੋ ਕੋਈ ਵੀ ਬੰਦਾ ਚੋਰੀ ਕਰਨਾ ਪਸੰਦ ਨਹੀਂ ਕਰਦਾ ਹੁੰਦਾ, ਉਹਦੀਆਂ ਜਿਹੜੀਆਂ ਸਰਕਮਸਟਾਂਸਿਸ ਨੇ ਉਹ ਉਸ ਨੂੰ ਮਜਬੂਰ ਕਰ ਦਿੰਦੀਆਂ ਨੇ ਉਹ ਕੰਮ ਕਰਨ ਵਾਸਤੇ, ਜਿਹੜੇ ਉਹਨੂੰ ਪਤਾ ਨਹੀਂ ਕਿ ਉਹ ਠੀਕ ਨਹੀਂ ਹੈਗੇ। ਤਾਂ ਸੋਸ਼ਲ ਲੈਵਲਸ ਆਉਂਦੇ ਨੇ, ਇਹ ਸਿਚੁਏਸ਼ਨ ਹੈ ਜਿਹੜੀ ਡਿਵੈਲਪਮੈਂਟ ਵਾਸਤੇ ਸਹੀ ਨਹੀਂ ਹੁੰਦੀ। ਨੈਕਸਟ ਹੈ ਇਨਕਰੀਜ਼ ਇਨ ਦੀ ਕਾਸਟ ਆਫ ਇਕਨੋਮਿਕ ਪਲੈਨਿੰਗ। ਡੈਫੀਸਿਟ ਫਾਈਨੈਂਸਿੰਗ ਜਿਹੜੀ ਹੈ ਉਹ ਅਸੀਂ ਕਿਉਂ ਕਰਦੇ ਹਾਂ, ਤਾਂ ਕਿ ਇਕਨੋਮਿਕ ਪਲੈਨਿੰਗ ਕੀਤੀ ਜਾਵੇ, ਜਿਹਦੇ ਨਾਲ ਪ੍ਰਾਈਸਿਸ ਰਾਈਜ਼ ਹੁੰਦੇ ਨੇ। ਬਿਕੋਜ਼ ਆਫ ਇਨਕਰੀਜ਼ ਇਨ ਪ੍ਰਾਈਸਿਸ ਸਟਿਲ ਬਿਗਰ ਡੈਫੀਸਿਟ ਫਾਈਨੈਂਸਿੰਗ ਹੈ ਜਿਹੜੀ ਉਹ ਕੀਤੀ ਜਾਂਦੀ ਹੈ, ਅਤੇ ਇਹਦੇ ਕਰਕੇ ਪ੍ਰਾਈਸਿਸ ਨੇ ਜਿਹੜੇ ਹਜੇ ਵੀ ਰਾਈਜ਼ ਹੁੰਦੇ ਨੇ। ਤਾਂ ਜਿਹੜੇ ਜੇ ਪ੍ਰਾਈਸਿਸ ਰਾਈਜ਼ ਹੋਣਗੇ ਕੁਆਇਟ ਆਬਵੀਅਸ ਇਕਨੋਮਿਕ ਪਲੈਨਿੰਗ ਦੇ ਜਿਹੜੀ ਕਾਸਟ ਹੈ ਉਹ ਵੀ ਸਾਨੂੰ ਜ਼ਿਆਦਾ ਪਊਗੀ। ਸੋ ਇਨ ਸੈਂਸ ਅਕੋਰਡਿੰਗ ਟੂ UN ਰਿਪੋਰਟ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੇ ਆਪਣੀ ਰਿਪੋਰਟ ਦਿੱਤੀ ਸੀ, ਉਹ ਕਹਿੰਦੇ ਕਿ ਡੈਫੀਸਿਟ ਫਾਈਨੈਂਸਿੰਗ ਜਦੋਂ ਅੰਡਰਡਿਵੈਲਪਡ ਕੰਟਰੀਜ਼ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਉਹਦੇ ਨਾਲ ਸਪੈਕੂਲੇਸ਼ਨ, ਸੱਟੇਬਾਜ਼ੀ ਵੱਧਦੀ ਹੈ, ਅਨਨੈਸੈਸਰੀ ਟ੍ਰਾਂਜੈਕਸ਼ਨਸ ਵੱਧਦੀਆਂ ਨੇ, ਜਿਹੜੀਆਂ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਇੱਕ ਹਰਡਲ ਹੁੰਦੀਆਂ ਨੇ। ਇਹਦੇ ਨਾਲ ਡੋਮੈਸਟਿਕ ਸੇਵਿੰਗਸ ਰਿਡਿਊਸ ਹੁੰਦੀਆਂ ਨੇ, ਫੋਰਨ ਇਨਵੈਸਟਮੈਂਟ ਘੱਟਦੀ ਹੈ, ਅਤੇ ਜਨਰਲ ਪ੍ਰੋਡਕਸ਼ਨ ਕਪੈਸਿਟੀ ਹੈ ਜਿਹੜੀ ਕੰਟਰੀ ਦੀ ਉਹ ਰਿਡਿਊਸ ਹੋ ਜਾਂਦੀ ਹੈ। ਠੀਕ ਹੈ, ਸੋ ਬੇਟਾ ਇਹ ਸੀਗੇ ਤੁਹਾਡੇ ਕੋਲੇ ਫੇਵਰੇਬਲ। ਠੀਕ ਹੈ, ਉੱਪਰ ਆਪਾਂ ਪਹਿਲਾਂ ਕੀਤੇ ਸੀਗੇ ਇਫੈਕਟ ਆਫ ਡੈਫੀਸਿਟ ਫਾਈਨੈਂਸਿੰਗ ਔਨ ਇਕਨੋਮਿਕ ਗਰੋਥ, ਫੇਵਰੇਬਲ ਇਫੈਕਟਸ ਕਿ ਕਿਸ ਤਰ੍ਹਾਂ ਦੇ ਨਾਲ ਡੈਫੀਸਿਟ ਫਾਈਨੈਂਸਿੰਗ ਦੇ ਨਾਲ ਇਕਨੋਮਿਕ ਗਰੋਥ ਹੁੰਦੀ ਹੈ। ਅੱਜ ਆਪਾਂ ਕੀਤੇ ਹੈ ਕਿ ਕਿਸ ਤਰ੍ਹਾਂ ਦੇ ਨਾਲ ਡੈਫੀਸਿਟ ਫਾਈਨੈਂਸਿੰਗ ਦੇ ਨਾਲ ਇਕਨੋਮਿਕ ਗਰੋਥ ਹੈ ਜਿਹੜੀ ਉਹ ਰੁਕਦੀ ਹੈ। ਹੁਣ ਅਸੀਂ ਇਫੈਕਟ ਆਫ ਡੈਫੀਸਿਟ ਫਾਈਨੈਂਸਿੰਗ ਔਨ ਇਨਫਲੇਸ਼ਨ ਗੱਲ ਕਰਾਂਗੇ। ਦੇਖੋ ਇਹ ਆਪਣੇ ਦਿਮਾਗ ਦੇ ਵਿੱਚ ਇੱਕ ਗੱਲ ਜਿਹੜੀ ਹੈ ਉਹ ਆਉਂਦੀ ਹੈ ਜਦੋਂ ਆਪਾਂ ਡੈਫੀਸਿਟ ਫਾਈਨੈਂਸਿੰਗ ਦੀ ਗੱਲ ਕਰਦੇ ਹਾਂ, ਕਿ ਅਗਰ ਸਰਕਾਰ ਕੋਲ ਜਿਹੜਾ ਹੈ ਗਰੀਬ ਨੇ ਲੋਕ, ਸਰਕਾਰ ਨੂੰ ਪਤਾ ਹੈ ਸਾਡੇ ਕੋਲ ਇੰਨੀ % ਪਾਪੂਲੇਸ਼ਨ ਹੈ ਜਿਹੜੀ ਉਹ ਗਰੀਬ ਹੈ ਜਾਂ ਅੰਡਰ ਦੀ ਪਾਵਰਟੀ ਲਾਈਨ, ਬਿਲੋ ਦੀ ਪਾਵਰਟੀ ਲਾਈਨ ਉਹ ਰਿਜ਼ਾਈਡ ਕਰ ਰਹੀ ਹੈ। ਸਾਡੇ ਕੋਲ ਮਸ਼ੀਨ ਵੀ ਹੈ, ਸਾਡੇ ਕੋਲ ਕਾਗਜ਼ ਵੀ ਹੈ, ਠੀਕ ਹੈ, ਉਹਨਾਂ ਸਾਡੇ ਕੋਲ ਬੈਕਿੰਗ ਦੇ ਵਿੱਚ ਗੋਲਡ ਵੀ ਹੈਗਾ। ਅਸੀਂ ਕਿਉਂ ਨਹੀਂ ਜਿਹੜਾ ਹੈ ਉਹ ਨਵੇਂ ਨੋਟ ਛਾਪ ਕੇ ਉਹਨਾਂ ਲੋਕਾਂ ਨੂੰ ਦੇ ਦਿੰਦੇ? ਬੇਟਾ ਉਹਦਾ ਕਾਰਨ ਹੈ, ਦੇਖੋ ਮੰਨ ਲਓ ਮੈਂ ਐਗਜ਼ੈਂਪਲੀਫਾਈ ਕਰਦੀ ਹਾਂ ਤੁਹਾਨੂੰ, ਮੰਨ ਲਓ ਮੈਂ ਠੀਕ ਹੈ, ਮੇਰੇ ਕੋਲ 100 ਰੁਪਏ ਨਹੀਂ ਹੈ ਕਿਸੇ ਚੀਜ਼ ਨੂੰ ਖਰੀਦਣ ਵਾਸਤੇ, ਮੇਰੇ 2 ਹੋਰ ਕਾਊਂਟਰ ਪਾਰਟ ਨੇ, 2 ਹੋਰ ਲੋਕ ਮੇਰੇ ਨਾਲ ਨੇ A ਅਤੇ B, ਉਹਨਾਂ ਕੋਲ 100 ਰੁਪਇਆ ਹੈ, ਉਹ ਚੀਜ਼ਾਂ ਖਰੀਦ ਰਹੇ ਨੇ। ਠੀਕ ਹੈ, ਹੁਣ ਉਹ ਸ਼ੌਪ 'ਤੇ ਜਾਂਦੇ ਨੇ, ਜਾ ਕੇ ਉਹ 2 ਚੀਜ਼ਾਂ ਬਾਏ ਕਰਦੇ ਨੇ, 200 ਰੁਪਏ ਦਾ ਉਹਨਾਂ ਦਾ ਖਰਚਾ ਹੁੰਦਾ, ਚੀਜ਼ਾਂ ਲੈ ਕੇ ਉਹ ਘਰ ਨੂੰ ਆ ਜਾਂਦੇ ਨੇ। ਠੀਕ ਹੈ, ਮੰਨ ਲਓ ਸਰਕਾਰ ਕੀ ਕਰਦੀ ਹੈ, ਨਵੇਂ ਨੋਟ ਛਾਪ ਕੇ ਮੈਨੂੰ ਵੀ 100 ਰੁਪਏ ਦੇ ਦਿੰਦੀ ਹੈ। ਹੁਣ ਮੈਂ ਵੀ ਉਹਨਾਂ ਦੇ ਬਰਾਬਰ ਮਾਰਕੀਟ 'ਚ ਚਲੀ ਜਾਊਂਗੀ, ਉਸੇ ਦੁਕਾਨ 'ਤੇ ਜਾਊਂਗੀ, ਉਸ ਦੁਕਾਨਦਾਰ ਕੋਲ ਉਹਨਾਂ ਦੀ ਕਪੈਸਿਟੀ ਨੂੰ ਪੂਰਾ ਕਰਨ ਵਾਸਤੇ ਚੀਜ਼ਾਂ ਹੈਗੀਆਂ ਨੇ। ਹੁਣ ਉਹ ਕੀ ਕਰੂਗਾ, ਇੱਥੇ 2 ਚੀਜ਼ਾਂ 2 ਨੇ, ਬੰਦੇ ਲੈਣ ਵਾਲੇ 3 ਨੇ, ਉਹ ਕੀ ਕਰੂਗਾ, ਪ੍ਰਾਈਸ ਹੈ ਜਿਹੜਾ ਉਹ ਇਨਕਰੀਜ਼ ਕਰ ਦੂਗਾ। ਠੀਕ ਹੈ, ਹੁਣ ਜਦੋਂ ਉਹ ਪ੍ਰਾਈਸ ਇਨਕਰੀਜ਼ ਕਰੂਗਾ, ਉਹ ਚੀਜ਼ 100 ਰੁਪਏ ਵਾਲੀ ਕਿੰਨੇ ਦੀ ਹੋ ਜੂਗੀ, 110 ਦੀ। ਉਹ ਕਹੂਗਾ ਵੀ 110 ਦੀ ਮਿਲਣੀ ਹੈ, ਜਿਹਨੇ ਲੈਣੀ ਹੈ ਲੈ। ਹੁਣ ਕੀ ਹੋਊਗਾ, ਮੇਰੇ ਕੋਲ ਜਦੋਂ 100 ਰੁਪਇਆ ਨਹੀਂ ਸੀ, ਮੈਂ ਤਾਂ ਉਦੋਂ ਵੀ ਨਹੀਂ ਸੀ ਖਰੀਦ ਪਾ ਰਹੀ, ਹੁਣ 100 ਰੁਪਇਆ ਆਇਆ ਤਾਂ ਚੀਜ਼ 110 ਦੀ ਹੋ ਗਈ, ਮੈਂ ਹੁਣ ਵੀ ਨਹੀਂ ਖਰੀਦ ਪਾ ਰਹੀ, ਮੈਂ ਤਾਂ ਗਰੀਬ ਦੀ ਗਰੀਬ ਹਾਂ। ਰਾਦਰ ਹੁਣ ਹੋਰ ਕੀ ਹੋ ਗਿਆ, ਐਡਵਰਸ ਕੀ ਹੋ ਗਿਆ ਇੱਥੇ, ਕਿ ਜਿਹੜੇ 2 ਲੋਕ ਪਹਿਲਾਂ ਉਹ 100 ਰੁਪਏ ਦੀ ਚੀਜ਼ ਖਰੀਦ ਰਹੇ ਸੀ, ਉਹ ਵੀ ਮਾਰਕੀਟ ਦੇ ਵਿੱਚੋਂ ਬਾਹਰ ਨਿਕਲ ਗਏ, ਕਿਉਂਕਿ ਉਹਨਾਂ ਕੋਲ 110 ਰੁਪਏ ਦੇਣ ਵਾਸਤੇ ਨਹੀਂ ਹੈ। ਆਪਾਂ ਕੀ ਕਰਨਾ ਸੀ, ਮੈਨੂੰ 100 ਰੁਪਏ ਦੇ ਕੇ ਮੇਰੀ ਗਰੀਬੀ ਖ਼ਤਮ ਕਰਨੀ ਸੀ। ਰਾਦਰ ਅਸੀਂ ਕੀ ਕਰ ਲਿਆ, ਗਰੀਬੀ ਨੂੰ ਵਧਾ ਲਿਆ। ਅਸੀਂ ਕੀ ਕਰ ਲਏ, 2 ਬੰਦੇ ਹੋਰ ਐਡ ਔਨ ਕਰ ਲਏ ਮੇਰੇ ਵਰਗੇ ਹੀ। ਠੀਕ ਹੈ, ਸੋ ਇਸ ਕਰਕੇ ਜਿਹੜੀ ਡੈਫੀਸਿਟ ਫਾਈਨੈਂਸਿੰਗ ਆ ਉਹਦਾ ਪ੍ਰਾਈਸਿਸ ਦੇ ਉੱਤੇ ਕੀ ਪੈਂਦਾ ਹੈ, ਇਫੈਕਟ ਪੈਂਦਾ ਹੈ। ਉਹ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਦੇਖੋ ਕੋਈ ਵੀ ਚੀਜ਼ ਹੈ ਨਾ ਬੇਟਾ, ਉਹਦੀ 2 ਪਾਸੇ ਹੁੰਦੇ ਨੇ ਹਮੇਸ਼ਾ। ਜਿਵੇਂ ਕੁਆਇਨ ਦੀਆਂ 2 ਸਾਈਡਸ ਹੁੰਦੀਆਂ ਨੇ, ਜੇ ਕੁਆਇਨ ਦੀ ਇੱਕ ਸਾਈਡ ਹੋਵੇ ਆਪਾਂ ਉਹਨੂੰ ਕੀ ਕਹਿੰਦੇ ਹਾਂ, ਖੋਟਾ ਸਿੱਕਾ ਹੈ, ਮਤਲਬ ਉਹਨੇ ਚੱਲਣਾ ਨਹੀਂ ਹੈ। ਠੀਕ ਹੈ, ਤਾਂ ਕੋਈ ਵੀ ਗੱਲ ਹੈ ਜਿਹੜੀ ਉਹ ਸਿੱਧੀ ਹੈ ਜਿਹੜੀ ਉਹ ਨਹੀਂ ਹੁੰਦੀ। ਜੇ ਇੱਕ ਸੈੱਟ ਆਫ ਇਕੋਨਮਿਸਟ ਇਹ ਕਹੂਗਾ ਕਿ ਪ੍ਰਾਈਸਿਸ ਵੱਧਦੇ ਨੇ, ਤਾਂ ਦੂਜਾ ਸੈੱਟ ਆਫ ਇਕੋਨਮਿਸਟ ਡੈਫੀਸਿਟ ਫਾਈਨੈਂਸਿੰਗ ਦੀ ਸਪੋਰਟ ਦੇ ਵਿੱਚ ਗੱਲ ਕਰਦੇ ਹੋਏ ਕੀ ਕਹੂਗਾ ਕਿ ਜਿਹੜੇ ਪ੍ਰਾਈਸਿਸ ਨੇ ਉਹਨਾਂ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ। ਸੋ ਇਸ ਟੌਪਿਕ ਨੂੰ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਦੇ ਹਾਂ ਬੇਟਾ। ਟਿਲ ਦੈਨ ਗੁੱਡ ਬਾਏ।